ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਤਾਬ 1984 ਸਿੱਖ ਕਤਲੇਆਮ ਦਾ ਸੱਚ। ਲੇਖਕ ਜਰਨੈਲ ਸਿੰਘ, ਪੱਤਰਕਾਰ ਦਿੱਲੀ। ਆਵਾਜ਼ ਸੰਦੀਪ ਸਿੰਘ ਖਾਲੜਾ। ਭਾਗ 7ਵਾਂ। ਸਿਰਾਂ ਦੇ ਮੁੱਲ। ਸਿੱਖ ਇਤਿਹਾਸ ਵਿੱਚ ਦੋ ਦਫਾ ਅਜਿਹਾ ਵਾਕਿਆ ਆਇਆ ਜਦੋਂ ਸਿੱਖਾਂ ਦੇ ਸਿਰਾਂ ਦੀ ਕੀਮਤ ਤੈਅ ਕੀਤੀ ਗਈ ਸੀ। ਜੋ ਵੀ ਸਿੱਖ ਦਾ ਸਿਰ ਵੱਢ ਕੇ ਲਿਆਏ ਉਸ ਨੂੰ ਤੁਰੰਤ ਇਨਾਮ ਦਿੱਤਾ ਜਾਂਦਾ ਸੀ। ਸਿੱਖਾਂ ਦੇ ਇਨ੍ਹਾਂ ਕਤਲੇਆਮਾਂ ਨੂੰ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਛੋਟਾ ਘੱਲੂਘਾਰਾ 1746 ਈਸਵੀ ਵਿੱਚ ਲਾਹੌਰ ਦੇ ਮੁਗਲ ਗਵਰਨਰ ਯਹੀਆ ਖਾਨ ਤੇ ਦੀਵਾਨ ਲਖਪਤ ਰਾਏ ਨੇ ਕੀਤਾ ਸੀ। ਵੱਡਾ ਘੱਲੂਘਾਰਾ 1762 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਕਹਿਣ ਤੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਕੀਤਾ ਸੀ। ਦੋਵੇਂ ਵਾਰ ਸੱਤਾ ਵਿੱਚ ਬੈਠੀਆਂ ਤਾਕਤਾਂ ਨੇ ਸਿੱਖਾਂ ਦਾ ਬੀਜ ਨਾਸ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਪਰ ਤੀਜਾ ਘੱਲੂਘਾਰਾ ਆਜ਼ਾਦ ਭਾਰਤ ਦੀ ਰਾਜਧਾਨੀ ਵਿੱਚ 1 ਨਵੰਬਰ 1984 ਨੂੰ ਸ਼ੁਰੂ ਹੋਇਆ, ਜਿਸ ਵਿੱਚ ਫਿਰ ਸਿੱਖਾਂ ਨੂੰ ਮਾਰਨ ਲਈ ਇਨਾਮਾਂ ਦਾ ਐਲਾਨ ਕੀਤਾ ਗਿਆ ਸੀ। ਨਾਨਾਵਟੀ ਕਮਿਸ਼ਨ ਦੀ ਰਿਪੋਰਟ ਦੇ ਪੰਨਾ ਨੰਬਰ 87 ਤੇ ਸੁਲਤਾਨਪੁਰੀ ਸੰਬੰਧੀ ਬਿਆਨ ਮੋਤੀ ਸਿੰਘ ਦਾ ਬਿਆਨ ਦਰਜ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੱਜਣ ਕੁਮਾਰ ਨੇ ਉੱਥੇ ਇਕੱਠੀ ਹੋਈ ਭੀੜ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜਿਸ ਨੇ ਵੀ ਰੋਸ਼ਨ ਸਿੰਘ ਤੇ ਭਾਗ ਸਿੰਘ ਦੀ ਹੱਤਿਆ ਕੀਤੀ ਹੈ ਉਹਨਾਂ ਨੂੰ 5000 ਰੁਪਏ ਇਨਾਮ ਦਿੱਤਾ ਜਾਏਗਾ। ਜੋ ਬਾਕੀ ਸਿੱਖਾਂ ਨੂੰ ਮਾਰਨਗੇ ਉਹਨਾਂ ਨੂੰ ਪ੍ਰਤੀ ਵਿਅਕਤੀ 1000 ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਤੇ ਕਾਂਗਰਸ ਦੇ ਲੋਕਲ ਨੇਤਾ ਨੱਥੂ ਪ੍ਰਧਾਨ ਅੱਗੇ ਆਇਆ ਤੇ ਕਹਿਣ ਲੱਗਾ ਕਿ ਅਸੀਂ ਇਸ ਕੰਮ ਨੂੰ ਅੰਜਾਮ ਦੇਵਾਂਗੇ। ਪੁਲਿਸ ਰਿਕਾਰਡ ਦੱਸਦਾ ਹੈ ਕਿ ਇਸ ਦੇ ਬਾਅਦ ਸਿਰਫ ਸੁਲਤਾਨਪੁਰੀ ਵਿੱਚ 400 ਤੋਂ ਵੱਧ ਸਿੱਖ ਮਾਰੇ ਗਏ। ਮੋਤੀ ਸਿੰਘ ਨੇ ਇੱਥੇ ਆਪਣੇ 2 ਪੋਤਰੇ ਗਵਾਏ। ਸਿੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਪੁਲਿਸ ਵਾਲੇ ਨੂੰ ਦੰਗਾਈਆਂ ਦਾ ਇਹ ਕਹਿਣਾ ਸੀ ਕਿ ਕਿਉਂ ਸਾਡੇ 500 ਰੁਪਏ ਬਰਬਾਦ ਕਰ ਰਹੇ ਹੋ, ਸਾਬਤ ਕਰਦਾ ਹੈ ਕਿ ਦਰਿੰਦੇ ਬਣੇ ਨੇਤਾ ਸਿੱਖਾਂ ਦੇ ਸਿਰਾਂ ਦੀ ਕੀਮਤ ਦੀ ਅਦਾਇਗੀ ਵੀ ਕਰ ਰਹੇ ਸੀ। ਸ਼ਾਇਦ ਇਸ ਮੁੱਲ ਨੂੰ ਉਹਨਾਂ ਨੇ ਬਾਅਦ ਵਿੱਚ ਵੱਡੇ ਅਹੁਦਿਆਂ ਤੇ ਆ ਕੇ ਕਈ ਗੁਣਾ ਵਸੂਲ ਕੀਤਾ। ਅਕਤੂਬਰ 1987 ਨੂੰ ਰੰਗਨਾਥ ਮਿਸ਼ਰਾ ਕਮਿਸ਼ਨ ਦੇ ਸੁਝਾਵਾਂ ਤੇ ਅਮਲ ਦੇ ਲਈ ਬਣੀ ਜੈਨ ਬੈਨਰਜੀ ਕਮੇਟੀ ਨੇ ਦਿੱਲੀ ਪੁਲਿਸ ਨੂੰ ਕਿਹਾ ਕਿ ਦੰਗਾ ਪੀੜਤ ਅਨੇਕਪੁਰ ਦੇ ਬਿਆਨ ਦੇ ਆਧਾਰ ਤੇ ਸੱਜਣ ਕੁਮਾਰ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਨੇਕਪੁਰ ਨੇ 1985 ਵਿੱਚ ਦਿੱਤੇ ਆਪਣੇ ਹਲਫਨਾਮੇ ਵਿੱਚ ਆਰੋਪ ਲਾਇਆ ਸੀ ਕਿ ਕਿਵੇਂ ਸੱਜਣ ਕੁਮਾਰ ਤੇ ਹੋਰ ਕਾਂਗਰਸੀ ਨੇਤਾਵਾਂ ਨੇ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਉਕਸਾਇਆ ਸੀ। ਕਿਸ ਤਰ੍ਹਾਂ ਸੱਜਣ ਕੁਮਾਰ ਤੇ ਜੈ ਕਿਸ਼ਨ ਜੀਪ ਵਿੱਚ ਆਏ ਸੀ ਤੇ ਜੈ ਕਿਸ਼ਨ ਨੇ ਕਿਹਾ 6 ਹੀ ਸਰਦਾਰ ਬਚੇ ਨੇ, ਉਹਨਾਂ ਨੂੰ ਵੀ ਛੇਤੀ ਖਤਮ ਕਰ ਦੇਵੋ। ਸੱਜਣ ਕੁਮਾਰ ਨੇ ਵੀ ਕਿਹਾ ਇਹਨਾਂ ਨੂੰ ਐਨਾ ਮਾਰੋ ਕਿ ਕੋਈ ਨਾ ਬਚੇ। ਅਨੇਕਪੁਰ ਦੇ ਪਤੀ ਵਕੀਲ ਸਿੰਘ ਇੱਥੇ ਹੀ ਮਾਰੇ ਗਏ ਸੀ। ਜੈਨ ਬੈਨਰਜੀ ਕਮੇਟੀ ਭਾਵੇਂ ਕੁਝ ਕਹਿ ਰਹੀ ਸੀ ਪਰ ਕਿਸੇ ਨੇ ਵੀ ਧਿਆਨ ਹੀ ਨਹੀਂ ਦਿੱਤਾ। ਆਲਮ ਇਹ ਸੀ ਕਿ ਮੀਡੀਆ ਨੂੰ ਵੀ 2 ਮਹੀਨਿਆਂ ਬਾਅਦ ਪਤਾ ਲੱਗਾ ਕਿ ਸੱਜਣ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਹੋਈ ਹੈ। ਗੱਲ ਸਾਹਮਣੇ ਆਈ ਤਾਂ ਕਮੇਟੀ ਦੇ ਇਸ ਨਿਰਦੇਸ਼ ਦੇ ਖਿਲਾਫ ਹਾਈ ਕੋਰਟ ਤੋਂ ਸਟੇ ਲੈ ਲਿਆ ਗਿਆ। ਮਾਮਲਾ 2 ਸਾਲਾਂ ਤੱਕ ਹਾਈ ਕੋਰਟ ਵਿੱਚ ਹੀ ਲਟਕਿਆ ਰਿਹਾ। ਬਾਅਦ ਵਿੱਚ 1990 ਵਿੱਚ CBI ਨੇ ਜਾਂਚ ਸ਼ੁਰੂ ਵੀ ਕੀਤੀ ਤਾਂ ਮਾਮਲਾ ਫਿਰ 2 ਸਾਲਾਂ ਤੱਕ ਲਟਕ ਗਿਆ। CBI ਨੇ ਚਾਲਾਨ ਪੇਸ਼ ਹੀ ਨਾ ਕੀਤਾ ਤਾਂ ਤੱਕ
ਨਰਸਿਮਹਾ ਰਾਓ ਦੀ ਸਰਕਾਰ ਬਣ ਗਈ। 1984 ਦੇ ਵਕਤ ਗ੍ਰਹਿ ਮੰਤਰੀ ਰਹੇ ਰਾਓ ਨੇ ਹੁਣ ਜਾਂਚ ਦੇ ਮਾਮਲੇ ਨੂੰ ਦਬਾਉਣ ਵਿੱਚ ਪੂਰੀ ਤਾਕਤ ਲਾ ਦਿੱਤੀ। 1994 ਤੱਕ CBI ਨੂੰ ਇਹ ਇਜਾਜ਼ਤ ਹੀ ਨਹੀਂ ਦਿੱਤੀ ਕਿ ਉਹ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕਰ ਸਕੇ। ਕਾਂਗਰਸ ਵਿੱਚ ਅੰਦਰ ਬਾਹਰ ਹੁੰਦੇ ਰਹਿਣ ਵਾਲੇ ਜਗਮੀਤ ਸਿੰਘ ਬਰਾੜ ਨੇ ਜਦੋਂ ਲੋਕ ਸਭਾ ਵਿੱਚ ਇਸ ਤੇ ਸਵਾਲ ਖੜਾ ਕਰ ਦਿੱਤਾ ਤਾਂ ਕੁਝ ਹਲਚਲ ਹੋਈ। ਇਸੇ ਦੌਰਾਨ ਦਿੱਲੀ ਵਿੱਚ ਭਾਜਪਾ ਦੇ ਮਦਨ ਲਾਲ ਖੁਰਾਣਾ ਦੀ ਸਰਕਾਰ ਬਣ ਚੁੱਕੀ ਸੀ, ਜੋ ਕਿ ਸਿੱਖਾਂ ਨੂੰ ਨਿਆਂ ਦਿਵਾਉਣ ਦਾ ਵਾਅਦਾ ਕਰ ਰਹੀ ਸੀ। ਅਗਰਵਾਲ ਕਮੇਟੀ ਨੇ ਰਾਜਨੀਤਿਕ ਆਗੂਆਂ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਤਾਂ ਉਪ ਰਾਜਪਾਲ ਮਾਰਕੰਡੇ ਸਿੰਘ ਨੇ ਇਸ ਨੂੰ ਮੰਨ ਲਿਆ, ਪਰ ਹੁਣ ਮਾਰਕੰਡੇ ਸਿੰਘ ਨੂੰ ਇਸ ਪਦ ਤੋਂ ਹਟਾ ਕੇਂਦਰ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ 21 ਹਲਫਨਾਮਿਆਂ ਦੇ ਆਧਾਰ ਤੇ ਲੀਡਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਨੂੰ ਕਿਹਾ ਗਿਆ ਹੈ, ਉਹਨਾਂ ਉੱਤੇ ਕੋਈ ਕਾਰਵਾਈ ਹੀ ਨਾ ਹੋਵੇ। ਦਿੱਲੀ ਸਰਕਾਰ CBI ਕੋਲ ਗਈ ਤਾਂ ਉਸ ਨੇ ਕਹਿ ਦਿੱਤਾ ਕਿ ਉਸ ਨੂੰ ਪਹਿਲਾਂ ਤੋਂ ਹੀ ਬਹੁਤ ਕੰਮ ਹਨ ਅਤੇ ਇਹਨਾਂ ਮਾਮਲਿਆਂ ਨੂੰ ਨਹੀਂ ਵੇਖ ਸਕਦੀ। CBI ਦਾ ਇਹ ਰੁਖ ਅਜੇ ਤੱਕ ਕਾਇਮ ਹੈ। ਦਿੱਲੀ ਦੇ ਮੁੱਖ ਮੰਤਰੀ ਖੁਰਾਣਾ ਨਰਸਿਮਹਾ ਰਾਓ ਸਰਕਾਰ ਤੋਂ ਦੋਖੀਆਂ ਦੇ ਖਿਲਾਫ ਦਾਖਲ ਸਹੁੰ ਪੱਤਰ ਦੀ ਮੰਗ ਕਰ ਰਹੇ ਸੀ, ਪਰ ਕੇਂਦਰ ਸਰਕਾਰ ਨਹੀਂ ਦੇ ਰਹੀ ਸੀ। ਜਦੋਂ ਹਾਰ ਕੇ ਮਨੁੱਖੀ ਅਧਿਕਾਰ ਆਯੋਗ ਵਿੱਚ ਜਾਣ ਦੀ ਧਮਕੀ ਦਿੱਤੀ ਤਾਂ ਸਹੁੰ ਪੱਤਰ ਵਾਪਸ ਕੀਤੇ, ਪਰ ਦਿੱਲੀ ਦੇ ਪੁਲਿਸ ਖੁਰਾਣਾ ਦੇ ਅਧੀਨ ਨਹੀਂ ਸੀ। ਮਾਮਲਾ ਦਰਜ ਨਹੀਂ ਕੀਤਾ ਤਾਂ ਨਹੀਂ ਕੀਤਾ। ਇੱਕ ਮੁੱਖ ਮੰਤਰੀ ਆਪਣੇ ਰਾਜ ਵਿੱਚ ਪੁਲਿਸ ਤੋਂ ਮਾਮਲਾ ਦਰਜ ਕਰਨ ਨੂੰ ਕਹਿ ਰਿਹਾ ਸੀ, ਪਰ ਦਰਜ ਨਹੀਂ ਹੋ ਰਿਹਾ ਸੀ। ਬਾਅਦ ਵਿੱਚ ਸੱਜਣ ਕੁਮਾਰ ਦੇ ਖਿਲਾਫ 2 ਇੰਨੇ ਕਮਜ਼ੋਰ ਮਾਮਲੇ ਬਣਾਏ ਗਏ ਜੋ ਠਹਿਰ ਹੀ ਨਹੀਂ ਸਕਦੇ ਸੀ। ਇਹਨਾਂ ਵਿੱਚੋਂ ਇੱਕ ਨੂੰ ਇਹ ਕਹਿੰਦਿਆਂ ਬੰਦ ਕਰ ਦਿੱਤਾ ਗਿਆ ਕਿ 11 ਸਾਲਾਂ ਬਾਅਦ ਗਵਾਹ ਦੇ ਬਿਆਨ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੇ। ਦੂਜੇ ਮਾਮਲੇ ਦੀ FIR ਵਿੱਚ ਸੱਜਣ ਕੁਮਾਰ ਦੇ ਨਾਮ ਹੀ ਨਹੀਂ ਲਿਖਿਆ ਗਿਆ। ਇਸ ਦੌਰਾਨ ਜਿਸ ਅਨੇਕ ਕੌਰ ਨੇ ਸੱਜਣ ਕੁਮਾਰ ਦੇ ਖਿਲਾਫ 1985 ਵਿੱਚ ਬਿਆਨ ਦਿੱਤਾ ਸੀ, ਉਸ ਨੂੰ ਦਬਾਅ ਹੇਠ ਲਿਆਇਆ ਜਾ ਚੁੱਕਿਆ ਸੀ। ਉਸ ਨੇ 1994 ਵਿੱਚ ਆਪਣਾ ਬਿਆਨ ਬਦਲ ਦਿੱਤਾ ਤੇ ਕਿਹਾ ਕਿ ਉਸ ਨੇ ਸੱਜਣ ਕੁਮਾਰ ਨੂੰ ਨਹੀਂ ਵੇਖਿਆ ਸੀ। ਜਦ ਮੁੱਖ ਮੰਤਰੀ ਦੀ ਕੋਈ ਸੁਣਵਾਈ ਨਹੀਂ ਸੀ ਤਾਂ ਫਿਰ ਵਿਚਾਰੀ ਇਕੱਲੀ ਵਿਧਵਾ ਕਦੋਂ ਤੱਕ ਦਬਾ ਸਹਿੰਦੀ। ਨਾਨਾਵਟੀ ਕਮਿਸ਼ਨ ਨੇ ਸੱਜਣ ਕੁਮਾਰ ਨੂੰ ਸੱਦਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਖਿਲਾਫ ਬਿਆਨ ਬਦਲ ਚੁੱਕੇ ਹਨ। ਜਸਟਿਸ ਨਾਨਾਵਟੀ ਨੇ ਪੁੱਛਿਆ ਕਿ ਲੋਕ ਉਹਨਾਂ ਉੱਤੇ ਹੀ ਕਿਉਂ ਦੋਸ਼ ਲਾ ਰਹੇ ਹਨ ਤਾਂ ਸੱਜਣ ਕੁਮਾਰ ਕੋਲ ਕੋਈ ਜਵਾਬ ਨਹੀਂ ਸੀ। ਜਸਟਿਸ ਨਾਨਾਵਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸੱਜਣ ਕੁਮਾਰ ਤੇ ਬਲਵਾਨ ਖੋਖਰ ਆਪਣੇ ਇਲਾਕੇ ਦੇ ਪ੍ਰਭਾਵਸ਼ਾਲੀ ਲੋਕ ਹਨ। ਇਹਨਾਂ ਦੀ ਅਪਰਾਧੀ ਮਾਮਲਿਆਂ ਵਿੱਚ ਦੋਸ਼ ਮੁਕਤੀ ਨੂੰ ਵੱਧ ਮਹੱਤਵ ਨਹੀਂ ਦਿੱਤਾ ਜਾ ਸਕਦਾ। ਇਸ ਤੇ ਨਵੇਂ ਸਿਰਿਓਂ ਮਾਮਲੇ ਦਰਜ ਹੋਣ। ਇਸ ਦੇ ਬਾਅਦ ਜਾ ਕੇ ਨਾਨਾਵਟੀ ਕਮਿਸ਼ਨ ਦੇ ਕਹਿਣ ਤੇ 3 ਮਾਮਲੇ ਅਗਸਤ 2005 ਵਿੱਚ ਦਰਜ ਹੋਏ। ਇੱਕ ਮਾਮਲੇ ਵਿੱਚ ਨਿਰਪ੍ਰੀਤ ਕੌਰ ਨੇ ਸੱਜਣ ਕੁਮਾਰ ਦੇ ਖਿਲਾਫ ਬਿਆਨ ਦਿੱਤਾ ਹੈ ਤਾਂ ਦੂਜੇ ਮਾਮਲੇ ਵਿੱਚ ਸੁਲਤਾਨਪੁਰੀ ਦੇ 6 ਗਵਾਹ ਸੱਜਣ ਕੁਮਾਰ ਨੂੰ ਵੇਖਣ ਦੀ ਗੱਲ ਕਹਿੰਦੇ ਹਨ, ਪਰ ਅਜੇ ਬਾਕੀ 2 ਮਾਮਲਿਆਂ ਵਿੱਚ CBI ਨੇ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਹੈ। ਸੱਜਣ ਕੁਮਾਰ ਦੇ ਖਿਲਾਫ ਗਵਾਹੀ ਦੇਣ ਵਾਲੀ ਅਤੇ ਬਾਅਦ ਵਿੱਚ ਦਬਾਅ ਦੇ ਲਾਲਚ ਹੇਠ ਬਦਲਣ ਵਾਲੀ ਅਨੇਕ ਕੌਰ ਦੀ ਨਨਾਣ ਮਿਸ਼ਰੀ ਕੌਰ ਨੇ ਤਹਿਲਕਾ ਮੈਗਜ਼ੀਨ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਮੰਨਿਆ
ਕਿ ਅਨੇਕ ਕੌਰ ਨੂੰ ਲਾਲਚ ਦਿੱਤਾ ਗਿਆ ਸੀ ਕਿ ਜ਼ਿੰਦਗੀ ਭਰ ਉਸ ਦਾ ਖਰਚਾ ਚੁੱਕਿਆ ਜਾਏਗਾ ਅਤੇ ਫਲੈਟ ਵੀ ਦਿੱਤਾ ਜਾਵੇਗਾ। ਇੰਸਪੈਕਟਰ ਰਾਠੀ ਨੇ ਅਨੇਕ ਕੌਰ ਤੋਂ ਇੱਕ ਬਿਆਨ ਦੇ ਅੰਗੂਠੇ ਦਾ ਨਿਸ਼ਾਨ ਲਵਾ ਲਿਆ। 2 ਸਾਲ ਤੱਕ ਪੈਸਾ ਵੀ ਦਿੱਤਾ ਗਿਆ, ਪਰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਅਨੇਕ ਕੌਰ ਦੀ ਮੌਤ ਹੋ ਗਈ ਤਾਂ 2002 ਵਿੱਚ ਜੱਜ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ। ਜੱਜ ਨੇ ਨਿਰਾਸਤਾ ਜਤਾਉਂਦੇ ਹੋਏ ਕਿਹਾ, CBI ਆਰੋਪੀਆਂ ਦੇ ਖਿਲਾਫ ਮਾਮਲਾ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ CBI ਨੇ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਵਿੱਚ 5 ਸਾਲ ਲਾ ਦਿੱਤੇ। ਹੁਣ ਤੱਕ ਮਾਮਲੇ ਵਿੱਚ ਬਹਿਸ ਸ਼ੁਰੂ ਨਹੀਂ ਹੋ ਸਕੀ ਹੈ। ਅਨੇਕ ਕੌਰ ਮਰ ਚੁੱਕੀ ਹੈ, ਪਰ ਮਾਰਚ 2007 ਵਿੱਚ CBI ਨੇ 3 ਹੋਰ ਗਵਾਹਾਂ ਦੇ ਨਾਮ ਦਿੱਤੇ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਦੰਗਿਆਂ ਦੀ ਅਗਵਾਈ ਕਰਦਿਆਂ ਵੇਖਿਆ ਸੀ, ਪਰ 2 ਸਾਲਾਂ ਤੋਂ ਸੁਣਵਾਈ ਨਹੀਂ ਸ਼ੁਰੂ ਹੋ ਸਕੀ ਹੈ। ਸਵਾਲ ਇਹ ਹੈ ਕਿ ਜਦੋਂ CBI ਦੇ ਕੋਲ ਗਵਾਹ ਸਨ ਤਾਂ ਉਸਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਿੱਚ 5 ਸਾਲ ਕਿਉਂ ਲਾ ਦਿੱਤੇ। 12 ਸਾਲਾਂ ਵਿੱਚ FIR ਦਰਜ ਹੋਈ ਸੀ ਤੇ ਹੁਣ 25 ਵਰ੍ਹੇ ਬੀਤ ਚੁੱਕੇ ਹਨ। ਜਗਦੀਸ਼ ਕੌਰ ਨੇ ਨਾਨਾਵਟੀ ਕਮਿਸ਼ਨ ਨੂੰ ਦਿੱਤੇ ਆਪਣੇ ਹਲਫਨਾਮੇ ਵਿੱਚ ਕਿਹਾ ਹੈ ਕਿ ਜਦੋਂ 2 ਨਵੰਬਰ ਨੂੰ ਉਹ ਪੁਲਿਸ ਥਾਣੇ ਜਾ ਰਹੀ ਸੀ ਤੇ ਮੰਗਲਾਪੁਰੀ ਦੇ ਮੰਦਿਰ ਕੋਲ ਪੁੱਜੀ ਤਾਂ ਸੱਜਣ ਕੁਮਾਰ ਨੂੰ ਉੱਥੇ ਇਕੱਠੇ ਹੋਏ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਕਿ ਸਰਦਾਰ ਸਾਲਾ ਕੋਈ ਨਹੀਂ ਬਚਣਾ ਚਾਹੀਏ। ਪੁਲਿਸ ਨੇ ਪਹਿਲਾਂ ਇਸ ਦੇ ਬਿਆਨ ਦਰਜ ਨਹੀਂ ਕੀਤੇ ਸੀ। ਜਦੋਂ ਉਹ ਸ਼ਿਕਾਇਤ ਦਰਜ ਕਰਾਉਣ ਥਾਣੇ ਜਾ ਰਹੀ ਸੀ ਤਾਂ SHO ਨੂੰ ਕਿਸੇ ਨਾਲ ਇਹ ਗੱਲ ਕਰਦਿਆਂ ਸੁਣਿਆ ਕਿ ਕਿੰਨੇ ਮੁਰਗੇ ਭੁੰਨੇ ਦਿੱਤੇ। ਰਾਜਨਗਰ ਦੇ ਜਸਬੀਰ ਸਿੰਘ ਨੇ ਕਿਹਾ ਕਿ ਉਹ ਖੁਦ ਕਾਂਗਰਸੀ ਵਰਕਰ ਸੀ, ਇਸ ਲਈ ਸੱਜਣ ਕੁਮਾਰ, ਬਲਵਾਨ ਖੋਖਰ ਤੇ ਮਹਿੰਦਰ ਜਾਦਵ ਨੂੰ ਜਾਣਦੇ ਸੀ। ਪਰ ਜਦੋਂ ਉਹ ਪੁਲਿਸ ਥਾਣੇ ਰਿਪੋਰਟ ਲਿਖਵਾਉਣ ਗਏ ਤਾਂ ਪੁਲਿਸ ਨੇ ਕਿਹਾ ਕਿ ਸੰਪਤੀ ਦੇ ਨੁਕਸਾਨ ਦੀ ਗੱਲ ਲਿਖਵਾਓ, ਕਿਸੇ ਦਾ ਨਾਮ ਲਿਖਵਾਉਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਸੱਜਣ ਕੁਮਾਰ ਦਾ ਨਾਂ ਲਿਆ ਸੀ, ਪਰ ਪੁਲਿਸ ਨੇ ਰਿਪੋਰਟ ਦਰਜ ਹੀ ਨਹੀਂ ਕੀਤੀ। ਸੁਰਿੰਦਰ ਸਿੰਘ ਲੁਧਿਆਣਾ ਵਿੱਚ ਹੈ, ਜਿਸ ਨੇ ਨਾਨਾਵਟੀ ਕਮਿਸ਼ਨ ਨੂੰ ਹਲਫਨਾਮਾ ਦੇ ਕੇ ਕਿਹਾ ਹੈ ਕਿ ਉਸ ਨੇ ਸੱਜਣ ਕੁਮਾਰ ਨੂੰ ਵੇਖਿਆ ਸੀ। ਖੇਰ ਸਿੰਘ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਹੈ। ਗਵਾਹ ਤਾਂ ਹਨ, ਪਰ ਨਿਆਂ ਦਾ ਚੱਕਰ ਜਿਸ ਤਰ੍ਹਾਂ ਨਾਲ ਚੱਲ ਰਿਹਾ ਹੈ ਉਸ ਨੂੰ ਤੇ CBI ਦੇ ਇਰਾਦਿਆਂ ਤੇ ਪਏ ਅਸ਼ੰਕਾਵਾਂ ਦੇ ਬਦਲਾਂ ਨੂੰ ਵੇਖਦੇ ਹੋਏ ਇਹ ਕਹਿ ਸਕਣਾ ਮੁਸ਼ਕਲ ਹੈ ਕਿ ਨਿਆਂ ਹੋ ਸਕੇਗਾ। ਨਿਆਂ ਪ੍ਰਣਾਲੀ ਜਿਸ ਤਰ੍ਹਾਂ ਨਾਕਾਮ ਰਹੀ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰਾਂ, ਪੁਲਿਸ ਤੇ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਸੱਜਣ ਕੁਮਾਰ ਨੂੰ ਸਜ਼ਾ ਹੋਵੇ। ਅੱਜ ਜਦੋਂ ਇਹ ਪੀੜਤ ਕਹਿੰਦੇ ਹਨ ਕਿ ਦੇਸ਼ ਵਿੱਚ ਉਹਨਾਂ ਦੀ ਲਈ ਨਿਆਂ ਨਹੀਂ ਹੈ ਤਾਂ ਨਮੋਸ਼ੀ ਹੁੰਦੀ ਹੈ। ਇਹਨਾਂ ਨੂੰ ਕੀ ਜਵਾਬ ਦਈਏ, ਇਹ ਸਮਝ ਵਿੱਚ ਨਹੀਂ ਆਉਂਦਾ। ਕਤਲੇਆਮ ਤੇ ਸੱਤਾ ਦੀ ਪੌੜੀ, ਬੇਹੱਦ ਹਲੀਮੀ ਤੇ ਸ਼ਾਂਤ ਤਰੀਕੇ ਨਾਲ ਬੋਲਣ ਵਾਲਾ ਇਹ ਨਵੇਂ ਕੱਪੜੇ ਪਾਏ ਇਤਿਹਾਸਕ ਅਸ਼ੋਕ ਹਾਲ ਵਿੱਚ ਖੜਾ ਸੀ। ਉਹ 1984 ਦੇ ਦੰਗਿਆਂ ਦੇ ਫੌਰੀ ਬਾਅਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਪਹਿਲੀ ਵਾਰ ਕੇਂਦਰੀ ਮੰਤਰੀ ਬਣ ਰਿਹਾ ਸੀ। ਉਸ ਨੂੰ ਵੇਖ ਕੇ ਸ਼ਾਇਦ ਕੁਝ ਹੋਰ ਕਾਂਗਰਸੀ ਨੇਤਾਵਾਂ ਨੂੰ ਈਰਖਾ ਹੋ ਰਹੀ ਸੀ। ਸਿੱਖ ਕਤਲੇਆਮ ਦੇ ਤੁਰੰਤ ਬਾਅਦ ਚੋਣਾਂ ਅਤੇ ਚੋਣਾਂ ਦੇ ਤੁਰੰਤ ਬਾਅਦ ਮੰਤਰੀ ਪਦ ਦਾ ਇਨਾਮ ਰਾਜਨੀਤਿਕ ਪੌੜੀਆਂ ਚੜ੍ਹਨ ਦਾ ਕਿੰਨਾ ਸਿੱਧਾ ਤੇ ਆਸਾਨ ਫਾਰਮੂਲਾ ਸੀ। ਸਿੱਖ ਕਤਲੇਆਮ ਵਿੱਚ ਦਿੱਲੀ ਵਿਖੇ, ਜਿਸ ਦੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਸਿੱਖਾਂ ਦਾ ਕਤਲ ਹੋਇਆ, ਉਸ ਭਗਤ ਨੂੰ ਵੀ ਹੁਣ ਰਾਜ ਮੰਤਰੀ ਤੋਂ ਤਰੱਕੀ ਦੇ ਕੇ
ਕੇਂਦਰੀ ਮੰਤਰੀ ਦੀ ਸਹੁੰ ਚੁਕਵਾਈ ਗਈ ਸੀ। ਦੇਸ਼ ਦੀ ਇੱਜ਼ਤ ਤੇ ਸੁਰੱਖਿਆ ਨੂੰ ਬਹਾਲ ਰੱਖਣ ਦੀ ਸਹੁੰ ਜਦੋਂ ਕਤਲੇਆਮ ਦੀਆਂ ਹਜ਼ਾਰਾਂ ਵਿਧਵਾਵਾਂ ਤੇ ਬੱਚੇ ਰੋ ਰਹੇ ਸੀ ਤੇ ਲੱਖਾਂ ਹੀ ਘਰ, ਸਿੱਖ, ਦੁਕਾਨਾਂ ਤੇ ਫੈਕਟਰੀਆਂ ਨੂੰ ਲੁੱਟੇ ਜਾਣ ਦੇ ਹੰਝੂ ਵਗਾ ਰਹੇ ਸੀ, ਤਾਂ ਇਹ ਕਿਵੇਂ ਨਿਰਦੋਸ਼ਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਸੱਤਾ ਦੀਆਂ ਪੌੜੀਆਂ ਤੇ ਚੜ੍ਹ ਕੇ ਮੁਸਕਰਾ ਰਹੇ ਸੀ। ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਪੁਲਬਗੰਸ ਗੁਰਦੁਆਰੇ ਤੇ ਹਮਲਾ ਹੋਇਆ। ਗੁਰਦੁਆਰੇ ਨੂੰ ਸਾੜਨ ਦੇ ਨਾਲ ਹੀ ਦੰਗਾਈ ਭੀੜ ਨੇ ਉੱਥੇ ਮੌਜੂਦ ਰਿਟਾਇਰ ਪੁਲਿਸ ਇੰਸਪੈਕਟਰ ਠਾਕੁਰ ਸਿੰਘ ਤੇ ਸੇਵਾਦਾਰ ਬਾਦਲ ਸਿੰਘ ਨੂੰ ਮਾਰ ਦਿੱਤਾ। ਗੁਰਦੁਆਰੇ ਦੇ ਹੈੱਡ ਗ੍ਰੰਥੀ ਸੁਰਿੰਦਰ ਸਿੰਘ ਛੱਤ ਤੇ ਹੋਣ ਕਰਕੇ ਬਚ ਗਏ, ਪਰ ਹਮਲੇ ਦਾ ਪੂਰਾ ਨਜ਼ਾਰਾ ਵੇਖਿਆ। ਬਾਅਦ ਵਿੱਚ ਉਹਨਾਂ ਨੇ ਸਹੁੰ ਪੱਤਰ ਵਿੱਚ ਦੱਸਿਆ ਕਿ 1 ਨਵੰਬਰ ਨੂੰ ਜਗਦੀਸ਼ ਟਾਈਟਲਰ ਦੀ ਅਗਵਾਈ ਵਿੱਚ ਭੀੜ ਨੇ ਆਜ਼ਾਦ ਮਾਰਕੀਟ ਦੇ ਕੋਲ ਇਸ ਗੁਰਦੁਆਰੇ ਉੱਤੇ ਹਮਲਾ ਬੋਲਿਆ। ਇਲਜ਼ਾਮ ਹੈ ਕਿ ਟਾਈਟਲਰ ਨੂੰ ਜਦੋਂ ਪਤਾ ਲੱਗਾ ਕਿ ਸੁਰਿੰਦਰ ਸਿੰਘ ਗ੍ਰੰਥੀ ਬਚ ਗਏ ਸੀ ਤੇ ਉਹਨਾਂ ਨੇ ਉਸ ਨੂੰ ਉੱਥੇ ਵੇਖਿਆ ਸੀ, ਤਾਂ ਘਟਨਾ ਤੋਂ 1 ਹਫ਼ਤੇ ਵਿੱਚ ਹੀ ਉਹ ਉਹਨਾਂ ਕੋਲ ਪਹੁੰਚ ਗਿਆ। 2 ਖਾਲੀ ਕਾਗਜ਼ ਨਾਲ ਸੀ। ਦਸਤਖਤ ਕਰਨ ਨੂੰ ਕਿਹਾ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਟਾਈਟਲਰ ਦਾ ਭੀੜ ਨੂੰ ਅਗਵਾਈ ਕਰਨ ਦੀ ਗੱਲ ਸੁਰਿੰਦਰ ਸਿੰਘ ਨੇ ਨਾਨਾਵਟੀ ਕਮਿਸ਼ਨ ਨੂੰ ਦਿੱਤੇ ਆਪਣੇ ਪਹਿਲੇ ਹਲਫਨਾਮੇ ਵਿੱਚ ਕਹੀ ਸੀ। ਕਮਿਸ਼ਨ ਨੇ ਟਾਈਟਲਰ ਨੂੰ ਪੇਸ਼ ਹੋਣ ਲਈ ਕਹਿ ਦਿੱਤਾ, ਪਰ ਇਲਜ਼ਾਮ ਹੈ ਕਿ ਟਾਈਟਲਰ ਨੇ ਸ਼ਾਇਦ ਸੁਰਿੰਦਰ ਸਿੰਘ ਨੂੰ ਖਰੀਦ ਲਿਆ ਸੀ ਜਾਂ ਉਸ ਨੂੰ ਮੈਨੇਜ ਕਰ ਲਿਆ ਸੀ। ਜਦੋਂ ਜਸਟਿਸ ਨਾਨਾਵਟੀ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਫੌਰਨ ਕਿਹਾ ਕਿ ਸੁਰਿੰਦਰ ਸਿੰਘ ਗ੍ਰੰਥੀ ਨੇ ਇੱਕ ਹੋਰ ਹਲਫਨਾਮਾ ਦਿੱਤਾ ਹੈ। ਇਸ ਵਿੱਚ ਉਹ ਆਪਣਾ ਪਹਿਲੇ ਹਲਫਨਾਮੇ ਵਿੱਚ ਕਹੇ ਤੋਂ ਪਿੱਛੇ ਹਟ ਗਿਆ ਕਿ ਉਸ ਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਇਸ ਲਈ ਉਸ ਨੂੰ ਨਹੀਂ ਪਤਾ ਕਿ ਪਹਿਲੇ ਹਲਫਨਾਮੇ ਵਿੱਚ ਕੀ ਲਿਖਿਆ ਸੀ। ਜਸਟਿਸ ਨਾਨਾਵਟੀ ਹੈਰਾਨ ਸੀ ਕਿ ਸੁਰਿੰਦਰ ਸਿੰਘ ਨੇ ਦੂਜਾ ਹਲਫਨਾਮਾ ਕਿਉਂ ਦਿੱਤਾ, ਤੇ ਜੇਕਰ ਦਿੱਤਾ ਵੀ ਤਾਂ ਟਾਈਟਲਰ ਨੂੰ ਇਸ ਬਾਰੇ ਵਿੱਚ ਕਿਵੇਂ ਪਤਾ ਲੱਗਿਆ। ਜਸਟਿਸ ਨਾਨਾਵਟੀ ਨੇ ਆਪਣੀ ਰਿਪੋਰਟ ਵਿੱਚ ਵੀ ਕਿਹਾ ਕਿ ਲੱਗਦਾ ਹੈ ਕਿ ਇਹ ਦੂਜਾ ਹਲਫਨਾਮਾ ਕਿਸੇ ਦਬਾਅ ਵਿੱਚ ਦਿੱਤਾ ਗਿਆ ਹੈ। ਜੇਕਰ ਇਸ ਗਵਾਹ ਨੇ ਵਾਕਈ ਭੀੜ ਵਿੱਚ ਟਾਈਟਲਰ ਨੂੰ ਨਹੀਂ ਵੇਖਿਆ ਸੀ ਤਾਂ ਫਿਰ ਉਸ ਨੂੰ ਕੀ ਲੋੜ ਪਈ ਸੀ ਕਿ ਉਹ ਕਮਿਸ਼ਨ ਦੇ ਸਾਹਮਣੇ ਆ ਕੇ ਕਹਿੰਦਾ ਕਿ ਉੱਥੇ ਇਸ ਤਰ੍ਹਾਂ ਨਾਲ ਹਮਲਾ ਹੋਇਆ ਸੀ। ਉਸ ਨੂੰ 7 ਅਗਸਤ 2002 ਤੱਕ ਸੱਚ ਕਹਿਣ ਲਈ ਇੰਤਜ਼ਾਰ ਕਰਨ ਦੀ ਲੋੜ ਨਹੀਂ ਸੀ। ਇਸ ਲਈ ਨਾਨਾਵਟੀ ਕਮਿਸ਼ਨ ਨੇ ਜਦੋਂ ਰਿਪੋਰਟ ਦਿੱਤੀ ਤਾਂ ਕਿਹਾ ਕਿ ਟਾਈਟਲਰ ਦੇ ਖਿਲਾਫ ਪੁਖਤਾ ਸਬੂਤ ਹਨ ਤੇ ਮਾਮਲੇ ਦਰਜ ਹੋਣੇ ਚਾਹੀਦੇ ਹਨ। ਇਹੀ ਕਾਰਨ ਸੀ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਲਈ ਟਾਈਟਲਰ ਨੂੰ ਆਪਣੇ ਮੰਤਰੀ ਮੰਡਲ ਵਿੱਚ ਰੱਖਣਾ ਮੁਸ਼ਕਲ ਹੋ ਗਿਆ ਸੀ। ਸੁਰਿੰਦਰ ਸਿੰਘ ਗ੍ਰੰਥੀ ਆਪਣਾ ਦੂਜਾ ਹਲਫਨਾਮਾ ਦੇਣ ਦੇ 10 ਦਿਨਾਂ ਦੇ ਬਾਅਦ ਹੀ ਕੈਨੇਡਾ ਚਲਾ ਗਿਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੋਣ ਦੇ ਬਾਵਜੂਦ ਉਹ ਬਿਨਾਂ ਤਨਖਾਹ ਦੇ ਛੁੱਟੀ ਲੈ ਕੇ ਗਿਆ ਸੀ। ਆਖਰ ਇੰਨਾ ਪੈਸਾ ਆਇਆ ਕਿੱਥੋਂ? ਬਾਅਦ ਵਿੱਚ ਵਾਪਸ ਆਇਆ ਤਾਂ ਕਮੇਟੀ ਨੇ ਉਸ ਤੋਂ ਬਿਆਨ ਬਦਲਣ ਬਾਰੇ ਨੋਟਿਸ ਦੇ ਕੇ ਪੁੱਛਿਆ। ਉਸ ਨੇ 23 ਮਾਰਚ 2004 ਨੂੰ ਜਵਾਬ ਦਿੱਤਾ ਕਿ ਜੇਕਰ ਮੇਰੇ ਤੋਂ ਜਵਾਬ ਚਾਹੁੰਦੇ ਹੋ ਤਾਂ ਇਹ ਗਰੰਟੀ ਦੇਵੋ ਕਿ ਮੇਰੀ ਜਾਨ ਤੇ ਸੰਪਤੀ ਦੇ ਨੁਕਸਾਨ ਦੇ ਲਈ ਕਮੇਟੀ ਜ਼ਿੰਮੇਵਾਰ ਹੋਵੇਗੀ। ਕਮੇਟੀ ਨੇ ਇਸ ਤੋਂ ਬਾਅਦ ਨੋਟਿਸ ਨਹੀਂ ਦਿੱਤਾ, ਪਰ ਉਸ ਵਕਤ ਕਮੇਟੀ ਦੇ ਪ੍ਰਧਾਨ ਪ੍ਰਹਿਲਾਦ ਸਿੰਘ ਚੰਡੋਕ, ਜੋ ਕਿ ਸਾਬਕਾ ਕਾਂਗਰਸੀ ਸੀ, 2 ਮਹੀਨਿਆਂ ਬਾਅਦ ਹੀ ਟਾਈਟਲਰ ਨੂੰ ਇੱਕ ਸਮਾਗਮ ਵਿੱਚ ਸਰੋਪਾਓ ਤੇ ਕਿਰਪਾਨ ਭੇਟ ਕਰਦੇ ਨਜ਼ਰ ਆਏ। ਮਾਮਲਾ ਸ਼੍ਰੀ ਅਕਾਲ ਤਖਤ ਤੱਕ ਪੁੱਜਾ ਪਰ ਕੋਈ ਸਖਤ ਕਾਰਵਾਈ ਨਹੀਂ ਹੋਈ। ਉਹਨਾਂ ਸੁਰਿੰਦਰ ਸਿੰਘ ਨੂੰ ਸੁਰੱਖਿਆ ਦੀ ਗਰੰਟੀ ਨਹੀਂ ਦਿੱਤੀ। ਜਦੋਂ ਸਾਰੀ ਸਿੱਖ ਸੰਗਤ ਤੇ ਲੋਕਾਂ ਨੇ ਸੁਰਿੰਦਰ ਸਿੰਘ ਗ੍ਰੰਥੀ ਦੀ ਥੂ-ਥੂ ਕੀਤੀ ਤਾਂ CBI ਦੇ ਸਾਹਮਣੇ ਉਸ ਨੇ 12 ਫਰਵਰੀ 2008 ਨੂੰ ਫਿਰ ਬਿਆਨ ਦਿੱਤਾ ਤੇ ਟਾਈਟਲਰ ਤੇ ਦੋਸ਼ ਦੁਹਰਾਏ। ਉਸ ਨੇ ਕਿਹਾ
ਕਿ ਦੂਜਾ ਹਲਫਨਾਮਾ ਟਾਈਟਲਰ ਦੇ ਦਬਾਅ ਹੇਠ ਦਿੱਤਾ ਸੀ। ਹਾਲਾਂਕਿ ਉਸ ਨੇ ਹੁਣ ਇਹ ਵੀ ਕਿਹਾ ਕਿ ਜੇਕਰ ਮੈਂ ਮਾਰਿਆ ਗਿਆ ਤਾਂ ਉਸ ਲਈ ਜਗਦੀਸ਼ ਟਾਈਟਲਰ ਜ਼ਿੰਮੇਵਾਰ ਹੋਵੇਗਾ। ਟਾਈਟਲਰ ਨੇ ਮੇਰੇ ਤੇ ਦਬਾਅ ਪਾ ਕੇ ਮੇਰੇ ਦਸਤਖਤ ਖਾਲੀ ਕਾਗਜ਼ ਤੇ ਲੈ ਲਏ ਸੀ। ਮੈਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਦੇ ਖਿਲਾਫ ਗਿਆ ਤਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਗ੍ਰੰਥੀ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਟਾਈਟਲਰ ਦੇ ਖਿਲਾਫ ਦੂਜਾ ਗਵਾਹ ਜਸਬੀਰ ਸਿੰਘ ਹੈ, ਜਿਸ ਨੇ ਕਿੰਗਜ਼ਵੇ ਕੈਂਪ ਦੇ ਨੇੜੇ ਟਾਈਟਲਰ ਨੂੰ ਭੀੜ ਦੀ ਅਗਵਾਈ ਕਰਦਿਆਂ ਵੇਖਿਆ ਸੀ। ਉਹ ਅਮਰੀਕਾ ਵਿੱਚ ਰਹਿੰਦਾ ਹੈ। ਪਹਿਲਾਂ ਤਾਂ CBI ਨੇ ਇਹ ਕਿਹਾ ਕਿ ਉਸ ਦਾ ਪਤਾ ਨਹੀਂ ਲੱਗ ਰਿਹਾ, ਪਰ ਜਦੋਂ ਮੀਡੀਆ ਵਿੱਚ ਉਸ ਦਾ ਬਿਆਨ ਆਇਆ ਤੇ ਉਸ ਨੇ ਦੱਸਿਆ ਕਿ ਉਹ ਅਮਰੀਕਾ ਵਿੱਚ ਹੈ ਤਾਂ ਫਿਰ ਵੀ CBI ਨੇ ਉਸ ਨਾਲ ਗੱਲ ਨਹੀਂ ਕੀਤੀ। ਜਦੋਂ ਅਦਾਲਤ ਨੇ ਉਸ ਦੇ ਬਿਆਨ ਦਰਜ ਕਰਨ ਲਈ ਕਿਹਾ ਤਾਂ ਕੁਝ ਅਫਸਰਾਂ ਨੂੰ ਉੱਥੇ ਭੇਜ ਕੇ ਬਿਆਨ ਲਏ। ਬਾਅਦ ਵਿੱਚ CBI ਨੇ ਉਸ ਨੂੰ ਅਵਿਸ਼ਵਾਸੀ ਗਵਾਹ ਦੱਸ ਕੇ ਮਾਮਲਾ ਬੰਦ ਕਰਨ ਨੂੰ ਕਿਹਾ। ਸਵਾਲ ਹੈ ਕਿ ਅਖੀਰ CBI ਕਿਸ ਤਰ੍ਹਾਂ ਗਵਾਹ ਨੂੰ ਅਵਿਸ਼ਵਾਸੀ ਕਹਿ ਸਕਦੀ ਹੈ। ਜੇਕਰ ਫੈਸਲਾ ਕਰਨਾ ਹੈ ਤਾਂ ਅਦਾਲਤ ਕਰੇਗੀ। ਨਿਰਪ੍ਰੀਤ ਕੌਰ ਦੀ ਗੱਲ ਮੰਨੀਏ ਤਾਂ ਪੁਲਬੰਗਸਟ ਗੁਰਦੁਆਰੇ ਵਿੱਚ ਮਾਰੇ ਗਏ ਸੇਵਾਦਾਰ ਬਾਦਲ ਸਿੰਘ ਦੀ ਪਤਨੀ ਵੀ ਇਹ ਸੱਚ ਦੱਸਣ ਨੂੰ ਤਿਆਰ ਹੈ ਕਿ ਟਾਈਟਲਰ ਦੇ ਕਹਿਣ ਤੇ ਹੀ ਗੁਰਦੁਆਰੇ ਉੱਤੇ ਹਮਲਾ ਹੋਇਆ ਸੀ। ਕੋਰਟ ਨੇ ਉਸ ਨੂੰ ਗਵਾਹੀ ਦੇਣ ਲਈ ਇਜਾਜ਼ਤ ਦਿੱਤੀ ਹੈ। CBI ਕੀ ਖੇਡ ਰਹੀ ਹੈ, ਇਹ ਗੱਲ ਤਾਂ ਹੋਰ ਵੀ ਸਪਸ਼ਟ ਹੋ ਕੇ ਸਾਹਮਣੇ ਆਈ ਜਦੋਂ ਇੰਡੀਅਨ ਐਕਸਪ੍ਰੈਸ ਵਿੱਚ ਰਿਤੂ ਸ਼ਰੀਨ ਨੇ 25 ਅਪ੍ਰੈਲ 2009 ਨੂੰ ਇਸ ਗੱਲ ਦਾ ਖੁਲਾਸਾ ਕੀਤਾ ਕਿ CBI ਦੇ ਹੀ ਜਾਇੰਟ ਨਿਰਦੇਸ਼ਕ ਤੇ ਡਿਪਟੀ ਇੰਸਪੈਕਟਰ ਜਨਰਲ ਨੇ ਅੰਦਰੂਨੀ ਰਿਪੋਰਟ ਵਿੱਚ ਕਿਹਾ ਸੀ ਕਿ ਬਾੜਾ ਹਿੰਦੂ ਰਾਵ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਟਾਈਟਲਰ ਦੇ ਖਿਲਾਫ ਮਾਮਲੇ ਵਿੱਚ ਦਮ ਹੈ। ਪਰ ਇਸ ਦੇ ਬਾਵਜੂਦ CBI ਨਿਰਦੇਸ਼ਕ ਅਸ਼ਵਨੀ ਕੁਮਾਰ ਨੇ ਟਾਈਟਲਰ ਨੂੰ ਕਲੀਨ ਚਿੱਟ ਦੇਣ ਦਾ ਫੈਸਲਾ ਕਰ ਲਿਆ। CBI ਕਦੇ ਵੀ ਹਾਈ ਪ੍ਰੋਫਾਈਲ ਮਾਮਲਿਆਂ ਨੂੰ ਐਵੇਂ ਹੀ ਬੰਦ ਨਹੀਂ ਕਰਿਆ ਕਰਦੀ। ਇਸ ਮਾਮਲੇ ਵਿੱਚ ਤਾਂ CBI ਨੇ ਅਦਾਲਤ ਨੂੰ ਵੀ ਇਹ ਵੀ ਕਿਹਾ ਸੀ ਕਿ ਉਹ ਅੱਗੇ ਛਾਣਬੀਨ ਕਰਨਾ ਹੀ ਨਹੀਂ ਚਾਹੁੰਦੀ। ਆਖਰ ਕਿਉਂ? ਜੇਕਰ ਟਾਈਟਲਰ ਦੋਸ਼ੀ ਨਹੀਂ ਹੈ ਤਾਂ ਕੌਣ ਦੋਖੀ ਸੀ? ਹੱਤਿਆਵਾਂ ਦਾ ਤਾਂ ਹੋਈਆਂ ਨੇ, ਫਿਰ CBI ਹਥਿਆਰਿਆਂ ਬਾਰੇ ਪਤਾ ਲਾਉਣ ਲਈ ਦਿਲਚਸਪੀ ਕਿਉਂ ਨਹੀਂ ਵਿਖਾ ਰਹੀ ਸੀ? ਜਦੋਂ ਇੰਡੀਅਨ ਐਕਸਪ੍ਰੈਸ ਨੇ ਜਸਬੀਰ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਹ ਹੈਰਾਨ ਹੈ ਕਿ CBI ਉਸ ਨੂੰ ਭਰੋਸੇਯੋਗ ਨਾ ਹੋਣਾ ਦੱਸ ਰਹੀ ਹੈ, ਜਦ ਕਿ ਉਸਨੇ ਟਾਈਟਲਰ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ ਭੀੜ ਨੂੰ ਇਹ ਕਹਿੰਦੇ ਹੋਏ ਸੁਣਿਆ ਸੀ, ਸਿੱਖਾਂ ਨੂੰ ਮਾਰਨ ਤੇ ਕੁਝ ਨਹੀਂ ਹੋਵੇਗਾ। ਫਿਰ ਵੀ ਤੁਸੀਂ ਲੋਕਾਂ ਨੇ ਇੰਨੇ ਘੱਟ ਸਿੱਖਾਂ ਨੂੰ ਕਿਉਂ ਮਾਰਿਆ? ਜਸਬੀਰ ਸਿੰਘ ਨੇ ਦੱਸਿਆ ਕਿ CBI ਵਾਲੇ ਉਸ ਦੀ ਗਵਾਹੀ ਲੈਣ ਅਮਰੀਕਾ ਆਏ ਸੀ ਤਾਂ ਕਹਿ ਰਹੇ ਸੀ ਕਿ ਇਸ ਮਾਮਲੇ ਵਿੱਚ ਕੁਝ ਹੋਣ ਵਾਲਾ ਨਹੀਂ ਹੈ। ਨਾਲ ਹੀ CBI ਟੀਮ ਦੇ ਆਉਣ ਤੋਂ ਪਹਿਲਾਂ ਹੀ ਉਸ ਨੇ ਦੱਸ ਦਿੱਤਾ ਸੀ ਕਿ ਇਸ ਮਾਮਲੇ ਵਿੱਚ ਰੋਸ਼ਨ ਸਿੰਘ ਅਤੇ ਚੈਨ ਸਿੰਘ ਵੀ ਆਪਣਾ ਬਿਆਨ ਦੇਣਾ ਚਾਹੁੰਦੇ ਨੇ, ਪਰ CBI ਟੀਮ ਨੇ ਉਹਨਾਂ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਸਮਝੀ। ਕਿਉਂ? ਸਮਝਿਆ ਜਾ ਸਕਦਾ ਹੈ ਕਿ CBI ਪਹਿਲਾਂ ਤੋਂ ਹੀ ਆਪਣਾ ਮਨ ਬਣਾ ਚੁੱਕੀ ਸੀ। ਜੁੱਤਾ ਪ੍ਰਕਰਨ ਤੋਂ ਬਾਅਦ ਟਿਕਟ ਕੱਟੇ ਜਾਣ ਤੋਂ ਦੁਖੀ ਟਾਈਟਲਰ ਲਗਾਤਾਰ ਆਪਣੇ ਬਚਾਓ ਲਈ ਮੀਡੀਆ ਦੀ ਦੁਰਵਰਤੋਂ ਕੀਤੀ। ਸੁਰਿੰਦਰ ਸਿੰਘ ਦਾ ਉਹ ਬਿਆਨ ਵਿਖਾਇਆ ਗਿਆ ਜਿਸ ਨੂੰ ਉਸ ਨੇ ਦਬਾਅ ਵਿੱਚ ਦਿੱਤਾ ਸੀ, ਪਰ ਇਸ ਸਵਾਲ ਦਾ ਜਵਾਬ ਟਾਈਟਲਰ ਕੋਲ ਨਹੀਂ ਹੈ ਕਿ ਜੇਕਰ ਉਹ ਦੋਸ਼ੀ ਨਹੀਂ ਹੈ ਤਾਂ ਉਹਨਾਂ ਨੇ ਆਪਣੇ ਇਲਾਕੇ ਵਿੱਚ ਮਾਰੇ ਗਏ ਲੋਕਾਂ ਤੇ ਲੁੱਟੇ ਹੋਏ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕੀ ਕੀਤਾ। ਉਹ ਇਲਾਕੇ ਦੇ ਵੱਡੇ ਆਗੂ ਸੀ। ਕੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਉਹਨਾਂ ਦੇ ਇਲਾਕੇ ਵਿੱਚ ਕੌਣ ਸਿੱਖਾਂ ਨੂੰ ਮਾਰ ਰਿਹਾ ਹੈ ਤੇ ਖੁੱਲ੍ਹੇਆਮ ਲੁੱਟ ਕਰ ਰਿਹਾ ਹੈ? ਜੇਕਰ ਉਹ ਆਪ ਨਹੀਂ ਸੀ ਤਾਂ ਦੱਸਣ ਕਿ ਕੌਣ ਸੀ। ਆਖਰ ਉਹਨਾਂ ਨੇ
ਆਪਣੇ ਇਲਾਕੇ ਵਿੱਚ ਦੰਗਾ ਪੀੜਤਾਂ ਲਈ ਨਿਆਂ ਦੀ ਲੜਾਈ ਕਿਉਂ ਨਹੀਂ ਲੜੀ? ਆਖਰ ਗਵਾਹ ਕਿਉਂ ਬਦਲੇ ਤੇ ਹੁਣ ਉਹਨਾਂ ਉੱਤੇ ਦਬਾਅ ਪਾਉਣ ਦੇ ਦੋਸ਼ ਲੱਗ ਰਹੇ ਹਨ? ਇਹ ਵੀ ਇਲਜ਼ਾਮ ਹੈ ਕਿ ਜੇਕਰ ਪੁਲਿਸ ਨੇ ਕੁਝ ਦੰਗਾਈਆਂ ਨੂੰ ਫੜ ਵੀ ਲਿਆ ਸੀ ਤਾਂ ਉਹ ਉਹਨਾਂ ਨੂੰ ਛਡਵਾਉਣ ਲਈ ਥਾਣੇ ਕਿਉਂ ਗਏ ਸੀ? ਜੇਕਰ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ 15 FIR ਅਜਿਹੀਆਂ ਹਨ ਜਿਨ੍ਹਾਂ ਵਿੱਚ ਦੰਗੇ RSS ਦੇ ਲੋਕਾਂ ਵੱਲੋਂ ਕਰਾਏ ਜਾਣ ਦਾ ਸਬੂਤ ਹੈ, ਤਾਂ ਫਿਰ ਉਹ 25 ਸਾਲਾਂ ਤੱਕ ਚੁੱਪੀ ਸਾਧ ਕੇ ਕਿਉਂ ਬੈਠੇ ਰਹੇ? ਹੁਣ ਵੀ ਉਹ ਇਹਨਾਂ FIR ਨੂੰ ਅੱਗੇ ਰੱਖ ਕੇ ਨਿਆਂ ਦੀ ਲੜਾਈ ਕਿਉਂ ਨਹੀਂ ਲੜਦੇ? ਜੁੱਤਾ ਪ੍ਰਕਰਣ ਦੇ ਬਾਅਦ ਟਿਕਟ ਚਲੀ ਗਈ ਤਾਂ ਇਹਨਾਂ ਮੇਰੇ ਖਿਲਾਫ ਜੰਮ ਕੇ ਝੂਠੇ ਦੋਸ਼ ਲਾਏ। ਇਹਨਾਂ ਨੇ ਮੈਨੂੰ ਅਕਾਲੀ ਦਲ ਨਾਲ ਜੁੜਿਆ ਹੋਇਆ ਦੱਸ ਦਿੱਤਾ, ਜਦ ਕਿ ਮੇਰਾ ਕਿਸੇ ਪਾਰਟੀ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਹੈ। ਮੈਂ ਤਾਂ ਸਿਰਫ 25 ਸਾਲਾਂ ਤੋਂ ਹੋ ਰਹੇ ਅਨਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਕਿਤਾਬ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ ਪੱਤਰਕਾਰ, ਦਿੱਲੀ। ਭਾਗ 7ਵਾਂ, ਆਵਾਜ਼ ਸੰਦੀਪ ਸਿੰਘ ਖਾਲੜਾ। ਹੋਈ ਭੁੱਲ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।